जी अज दूसरे गुरु नानक धन 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 गुरु अंगद देव महाराज जी का पावन प्रकाश दिहाड़ा है। महाराज जी का आमन का दिहाड़ा है, आगमन का दिहाड़ा। जदों गुरु का प्रकाश दिहाड़ा हुंदा है, सिख दे मन विच चाह हुंदा है। मन चाओ पिया प्रभागम सुनिया, हर मंगल गाओ सखी गृह मंदिर बनिया। गुरु का आउणा सुन के, गुरु का दिहाड़ा सुन के सिख दे मन विच चाह होया करदा। सो आओ सब तो पहला ऐसे गुरु तो बल बल जाइए। बल बल का मतलब बलिहार जाइए। तो बल बल जाइए आप मुक्त मोहि तारे। जिहड़ा आप दाता है मुक्ति का ते सानू तार रहा है, ऐसे गुरु अंगद देव महाराज जी हैं। ऐसे गुरु को बल बल जाइए, ऐसे गुरु को बल बल जाइए। ऐसे जी ऐसे गुरु को बल बल जाइए, ऐसे गुरु को बल बल जाइए। ऐसे आप मुक्त मोहि तारे, आप मुक्त मोहि तारे, आप मुक्त मोहि मोहि तारे, मुक्त मोहि तारे, आप मुक्त मोहि। ऐसे गुरु को बल बल जाइए, ऐसे गुरु को बल बल जाइए। ऐसे सब तो पहले मार दे प्रकाश दिहाड़े दियां समूह संगतां नूं बेअंत ही वधाइयां होण। गुरु अंगद देव महाराज का प्रकाश 1504 सन 1504 विच ते महीना दसदे ने कई विद्वाना इतिहासकारां ने 31 मार्च लिखिया, पर जिहड़ा विक्रमी कैलेंडर है उनके मुताबिक अज 24 अप्रैल है। 1504 विच होया। सम्मत दो चलते ने, एक सम्मत एक सन। सन सम्मत बनता है 1561 सम्मत, ते जिहड़ा ये महीना चल रहा है हुण विसाख का, ये विसाख दस्या जाता है। गुरु अंगद देव महाराज का आगमन कित्थे हुंदा है? मत्ते दी सरां, जिन्हों सराय नांगा भी कहा जाता सी। मत्ते दी सरां गुरु अंगद देव महाराज जी दे पिता जी सत्कारयोग पिता फेरूमल जी। धन जननी जिन जाया धन पिता प्रधान। गुरबाणी ने वो पिता नूं भी धन कहा, वो माता नूं भी धन कहा। जिन्नी गुरु जणिया माए, जिन्हां दी पावन कुख तो गुरु महाराज की आमद हुई, आगमन होया है। वो गुरु नूं, वो गुरु दे माता पिता नूं धन कहा। जिहड़ी मां दी कुख तो बाणी पढ़न वाला आ जाए, भगती करन वाला आ जाए, सिमरन करन वाला आ जाए, नितनेम करन वाला जन्म लै ले, वो मां नूं भी गुरु ग्रंथ साहिब महाराज धन कहा। तिन धन जिने दी माओ आए सफल से।
ਤੇ ਕ੍ਰਿਸ਼ਨ ਭਗਵਾਨ ਦੀ ਮਾਤਾ ਹੋਈ ਹੈ, ਉਹਨੂੰ ਵੀ ਬਾਣੀ ਵਿੱਚ ਧੰਨ ਕਿਹਾ ਵੀ ਜਿਹਦੀ ਕੁੱਖ ਤੋਂ ਕਿਸੇ ਅਵਤਾਰੀ ਨੇ ਜਨਮ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਨਾਂ ਹੁੰਦਾ ਹੈ, ਧੰਨ ਧੰਨ ਮਾਤਾ ਦੇਵਕੀ ਜਹ ਗ੍ਰਹਿ ਆਏ ਕਮਲਾਪਤੀ, ਜਿਹਦੇ ਘਰ ਅਵਤਾਰ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਸਤਿਕਾਰਯੋਗ ਫੇਰੂਮਲ ਜੀ, ਮਾਤਾ ਸਬਰਾਈ, ਮਾਤਾ ਨਿਹਾਲ ਕੌਰ ਵੀ ਲਿਖਿਆ ਹੈ, ਕਈਆਂ ਥਾਵਾਂ ਤੇ ਮਾਤਾ ਦਇਆ ਕੌਰ ਵੀ ਲਿਖਿਆ ਹੈ, ਕਿਉਂਕਿ ਇਹ ਹੁਣ ਇਤਿਹਾਸ ਤਾਂ ਸਾਰੇ ਪੜ੍ਹਨੇ ਪੈਂਦੇ ਨੇ। ਇੱਕ ਗੁਰੂ ਦਾ ਇਤਿਹਾਸ ਸੁਣਾਉਣ ਲੱਗ ਵਾਸਤੇ ਹੋਰ ਕਈ ਇਤਿਹਾਸ ਪੜ੍ਹਨੇ ਪੈਂਦੇ ਨੇ, ਇਹਨੇ ਵੀ ਇੱਕੋ ਹੀ ਪੜ੍ਹ ਕੇ ਸੁਣਾਉਣਾ ਪੈਂਦਾ। ਇਹ ਤਾਂ ਨਾਂ ਲਏ ਨੇ ਵੀ ਨਾ ਆਏ ਨੇ। ਵਿਸ਼ੇਸ਼ ਕਰਕੇ ਮਾਤਾ ਸਬਰਾਈ ਵੀ ਕਿਹਾ ਜਾਂਦਾ ਹੈ। ਸੁਸਾ ਸੰਗੀ ਮਾਤਾ ਸਬਰਾਈ ਦੀ ਪਾਵਨ ਕੁੱਖ ਤੋਂ ਅੱਜ ਵਾਲੇ ਦਿਨ ਗੁਰੂ ਅੰਗਦ ਦੇਵ ਮਹਾਰਾਜ ਦੀ ਆਮਦ ਹੋਈ, ਪ੍ਰਕਾਸ਼ ਹੋਇਆ। ਉਦੋਂ ਗੁਰੂ ਮਹਾਰਾਜ ਦੇ ਪਿਤਾ ਬਾਬਾ ਫੇਰੂਮਲ ਜੀ ਸਰਕਾਰੀ ਡਿਊਟੀ ਕਰਦੇ, ਸਰਕਾਰੀ ਨੌਕਰੀ ਕਰਦੇ ਸੀ। ਪਠਾਨ ਸੀ ਹਾਕਮ, ਉਦੋਂ ਪਠਾਨ ਹੀ ਹਾਕਮ ਹੋਇਆ ਕਰਦੇ ਸੀ। ਉਹਦਾ ਇੱਕ ਖਜ਼ਾਨਚੀ ਸੀ, ਕਿਉਂਕਿ ਪੜ੍ਹੇ ਲਿਖੇ ਬੜੇ ਸੀ ਮਹਾਰਾਜ ਦੇ ਪਿਤਾ, ਸੂਝਵਾਨ ਬੜੇ ਸੀ, ਸਿਆਣੇ ਬੜੇ ਸੀ। ਤੇ ਪੜ੍ਹੇ ਲਿਖੇ ਨੂੰ, ਸੂਝਵਾਨ ਨੂੰ ਫਿਰ ਸ਼ਾਹੀ ਕੰਮਕਾਰ ਤੇ ਡਿਊਟੀ ਦਿੱਤੀ ਜਾਂਦੀ ਸੀ। ਇਸ ਕਰਕੇ ਮਹਾਰਾਜ ਦੇ ਪਿਤਾ ਨੂੰ ਸਰਕਾਰੀ ਡਿਊਟੀ ਮਿਲੀ ਹੋਈ ਸੀ, ਖਜ਼ਾਨਚੀ ਸੀ, ਖਜ਼ਾਨੇ ਦੇ ਮਾਲਕ ਸੀ ਉਸ ਵਕਤ। ਜਦੋਂ ਪਤਾ ਲੱਗਾ, ਵਾਪਸ ਆਪਣੇ ਪਿੰਡ ਆਏ ਮੱਤੇ ਦੀ ਸਰਾਂ, ਬੜੀ ਖੁਸ਼ੀ ਹੋਈ। ਆਪਣੇ ਪੁੱਤਰ ਨੂੰ, ਆਪਣੇ ਸਾਹਿਬਜ਼ਾਦੇ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੀ ਗੋਦ ਵਿੱਚ ਲਿਆ। ਫਿਰ ਨਾਂ ਰੱਖਿਆ ਗਿਆ ਲਹਿਣਾ, ਲਹਿਣਾ ਨਾਂ ਰੱਖਿਆ ਗਿਆ ਗੁਰੂ ਅੰਗਦ ਦੇਵ ਮਹਾਰਾਜ ਦਾ, ਬਚਪਨ ਦਾ ਨਾਮ ਲਹਿਣਾ। ਸੁਸਾ ਸਿੰਘ ਜੀ ਪਿਤਾ ਆਪ ਪੜ੍ਹਿਆ ਲਿਖਿਆ ਸੀ, ਸੂਝਵਾਨ ਸੀ। ਗੁਰੂ ਅੰਗਦ ਦੇਵ ਮਹਾਰਾਜ ਨੂੰ ਵੀ ਪੜ੍ਹਾਇਆ ਗਿਆ। ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਹਿੰਦੀ, ਫਾਰਸੀ, ਇੱਕ ਹੋਰ ਭਾਸ਼ਾ ਲਿਖੀ ਗਈ ਆਪਾਂ ਕਦੀ ਸੁਣੀ ਵੀ ਨਹੀਂ, ਲਹਿੰਦੇ ਵੀ ਪੜ੍ਹਨੇ ਪੈਂਦੇ ਹੁੰਦੇ ਸੀ ਜਿਹਨੂੰ ਕੋਈ ਕੰਮ ਕਰਨਾ ਪੈਂਦਾ ਸੀ। ਇਹ ਵੀ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ। ਸੋ ਸਾਧ ਸੰਗਤ, ਤਿੰਨੇ ਭਾਸ਼ਾਵਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਪੜ੍ਹੀਆਂ। ਫਿਰ ਕੋਈ ਐਸਾ ਸਮਾਂ ਬਣ ਗਿਆ, ਮੱਤੇ ਦੀ ਸਰਾਂ ਤੇ ਬੜਾ ਜ਼ਿਆਦਾ ਕਤਲੇਆਮ ਹਮਲਾ ਹੋਇਆ। ਚੰਗੇ ਬੰਦਿਆਂ ਨੂੰ, ਦੈਵੀ ਗੁਣਾਂ ਵਾਲਿਆਂ ਨੂੰ, ਫਿਰ ਐਸੇ ਲੋਕਾਂ ਵਿੱਚ ਰਹਿਣਾ ਬੜਾ ਮੁਸ਼ਕਲ ਹੋ ਗਿਆ। ਮਹਾਰਾਜ ਦੇ ਪਿਤਾ ਵੀ ਬੜੇ ਭਲੇ ਮਾਨਸ ਇਨਸਾਨ ਸੀ, ਬੜੇ ਚੰਗੇ ਸੀ, ਪਰਉਪਕਾਰ ਕਰਨ ਵਾਲੇ ਸੀ। ਇਸ ਕਰਕੇ ਉਹਨਾਂ ਨੇ ਸਮਾਂ ਵਿਚਾਰਿਆ ਵੀ ਇੱਥੇ ਹੁਣ ਰਹਿਣਾ ਠੀਕ ਨਹੀਂ ਹੈ। ਇੱਥੇ ਰਹਿੰਦਿਆਂ ਹੀ ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਦੀ ਭੂਆ ਸੀ, ਇੱਥੇ ਵਿਆਹੀ ਸੀ ਖੰਡੂਰ ਸਾਹਿਬ। ਬਾਬਾ ਫੇਰੂਮਲ ਜੀ ਦੀ ਭੈਣ ਜਿਹੜੀ ਸੀ, ਇੱਥੇ ਖੰਡੂਰ ਸਾਹਿਬ ਵਿਆਹੀ ਸੀ। ਇਹਨੂੰ ਖਹਿਰਿਆਂ ਦੀ ਖੰਡੂਰ ਵੀ ਕਿਹਾ ਜਾਂਦਾ ਹੈ। ਤਰਨ ਤਾਰਨ ਅੰਮ੍ਰਿਤਸਰ ਦੇ ਇਲਾਕੇ 'ਚ ਪੈਂਦਾ ਹੈ ਪਿੰਡ, ਖਹਿਰਿਆਂ ਦੀ ਖੰਡੂਰ। ਖਹਿਰਾ ਇੱਕ ਜੱਟਾਂ ਦੀ ਗੋਤ ਹੈ, ਉਹ ਰਹਿੰਦੇ ਹੁੰਦੇ ਸੀ ਇਹ ਪਿੰਡ ਵਿੱਚ, ਤਾਂ ਕਰਕੇ ਇਹਨੂੰ ਖਹਿਰਿਆਂ ਦੀ ਖੰਡੂਰ ਕਿਹਾ ਜਾਂਦਾ। ਤੇ ਮਹਾਰਾਜ ਜਦੋਂ ਇੱਥੇ ਆਏ, ਫਿਰ ਇਹਦਾ ਨਾਮ ਬਾਅਦ ਵਿੱਚ ਪਿਆ ਖੰਡੂਰ ਸਾਹਿਬ। ਹੁਣ ਖੰਡੂਰ ਸਾਹਿਬ ਦਾ ਨਾਮ। ਇੱਧਰ ਪਤਾ ਲੱਗਾ ਭੈਣ ਨੂੰ ਕਿ ਮੇਰਾ ਭਤੀਜਾ ਜਵਾਨ ਹੋਇਆ। ਉਦੋਂ ਮੱਤੇ ਦੀ ਸਰਾਂ ਤੇ ਸੀ। ਮੇਰੇ ਭਰਾ ਦਾ
ਲੜਕਾ। ਕਈ ਭੈਣਾਂ ਬੜਾ ਸੋਚਦੀਆਂ ਨੇ ਆਪਣੇ ਭਾਈਆਂ ਦਾ, ਭਰਾਵਾਂ ਦਾ, ਅੱਗੇ ਨਹੀਂ ਬੋਲਦੀਆਂ, ਚੁੱਪ ਕਰ ਜਾਂਦੀਆਂ ਨੇ। ਇਹੀ ਤਲੀਮ ਹੁੰਦੀ ਹੈ, ਇਹੀ ਸਿੱਖਿਆ ਹੁੰਦੀ ਹੈ ਸਤਿਸੰਗ ਦੀ, ਇਹੀ ਸੰਸਕਾਰ ਹੁੰਦਾ ਹੈ। ਭੈਣਾਂ ਨੇ ਸਦਾ ਵਰਤਣਾ ਤਾਂ ਭਰਾਵਾਂ ਨਾਲ ਹੀ ਹੁੰਦਾ ਹੈ, ਤੇ ਕਈ ਬੇਸਮਝ ਵਿੱਚ ਆ ਕੇ ਗਵਾ ਲੈਂਦੀਆਂ ਨੇ ਭਰਾਵਾਂ ਨੂੰ। ਛੇਤੀ ਨਹੀਂ ਭਰਾ ਬੋਲਦਾ ਹੁੰਦਾ, ਪਰ ਜਦੋਂ ਕੋਈ ਨਾ ਰਵੇ ਗੱਲ ਕਹਿਣੇ ਸੁਣਨੇ ਦੀ, ਫਿਰ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੁੰਦੀ ਹੈ ਸਤਿਸੰਗ ਦੀ। ਇਸ ਕਰਕੇ ਭੈਣਾਂ ਹਮੇਸ਼ਾ ਹੀ ਸੋਚਦੀਆਂ ਆਈਆਂ ਨੇ ਭਰਾਵਾਂ ਦਾ। ਅਰਦਾਸਾਂ ਵੀ, ਜੇ ਭੈਣ ਦਾ ਪਹਿਲਾ ਜਨਮ ਹੋ ਜੇ, ਭੈਣ ਅਰਦਾਸ ਕਰਦੀ ਹੈ, ਰੱਬਾ ਮੇਰੇ ਘਰ ਵੀਰਾ ਦਈ। ਤਾਂ ਪਹਿਲਾਂ ਵੀ ਸੁਣਾਈ ਸੀ, 6ਵੀਂ ਪਾਤਸ਼ਾਹੀ ਉਹ ਬੀਬੀਆਂ ਦੀ ਸੁਸਾਇਟੀ ਬਣੀ ਹੈ, ਉਹਨਾਂ ਨੇ ਵਿਸ਼ੇਸ਼ ਕਰਕੇ ਸਾਨੂੰ ਜਦੋਂ ਪ੍ਰਕਾਸ਼ ਦਿਹਾੜਾ ਸੀ, ਬੀਬੀਆਂ ਨੇ ਕਿਹਾ ਵੀ ਉਹਨਾਂ ਨੂੰ ਜਥੇ ਨੂੰ ਜ਼ਰੂਰ ਸੱਦਣਾ ਸੀ। ਬੜਾ 6ਵੇਂ ਪਾਤਸ਼ਾਹ ਦਾ ਆਗਮਨ ਮਨਾਉਂਦੇ ਨੇ ਬੜੇ ਧੂਮਧਾਮ ਨਾਲ। ਉੱਥੇ ਟਾਈਮ ਦੀਵਾਨ ਦਾ ਰੱਖਿਆ ਸੀ, ਔਰ ਇਸ ਤਰ੍ਹਾਂ ਦੀਵਾਨ ਲਾਇਆ ਸੀ, ਛੋਟੀ ਜਿਹੀ ਬੱਚੀ ਨੂੰ ਮਾਂ ਨੇ ਨਾ ਪੈਸੇ ਦੇ ਕੇ ਸਾਡੇ ਵਾਜੇ ਕੋਲ ਦੇ, ਕਹਿੰਦੇ ਇਹ ਕੁਝ ਕਹਿਣਾ ਚਾਹੁੰਦੀ, ਕੀਰਤਨ ਚੱਲਦਾ ਪਿਆ ਸੀ। ਇਹ ਕਹਿੰਦੇ ਕਿ ਮੈਨੂੰ ਮੇਰਾ ਸੱਚਾ ਪਾਤਸ਼ਾਹ ਵਾਹਿਗੁਰੂ ਵੀਰ ਦੀ ਦਾਤ ਦੇਵੇ, ਵੀਰ ਦੀ। ਮੇਰੇ ਕੋਲ ਵੀਰਾ ਨਹੀਂ ਹੈ। ਮੰਗਦੀਆਂ ਨੇ ਭੈਣਾਂ ਵੈਸੇ। ਇਸ ਕਰਕੇ ਭੈਣਾਂ ਬਹੁਤ ਆਪਣੇ ਭਰਾ ਬਾਰੇ ਸੋਚਦੀਆਂ ਨੇ, ਸਦਾ ਹੀ ਜਵਾਨੀਆਂ ਮਾਣੇ, ਲੰਮੀਆਂ ਉਮਰਾਂ ਹੋਣ, ਕਾਮਯਾਬ ਹੋਣ। ਉਹ ਭੈਣ ਹੁੰਦੀ ਹੈ ਜਿਹੜੀ ਸਦਾ ਹੀ ਵੀਰ ਦੀ ਚੜ੍ਹਦੀ ਕਲਾ ਤੇ ਖੁਸ਼ੀ ਪ੍ਰਗਟ ਕਰਦੀ ਹੈ। ਪਰ ਅੱਜ ਕਲਯੁਗ ਦਾ ਸਮਾਂ ਆ ਗਿਆ, ਐਵੇਂ ਦੀ ਗੱਲਾਂ ਭੈਣਾਂ ਕਰ ਜਾਂਦੀਆਂ ਨੇ ਕਿ ਸੁਣਿਆ ਵੀ ਨਹੀਂ ਜਾਂਦਾ। ਖੈਰ ਗੁਰੂ ਮਹਾਰਾਜ ਭਲਾ ਕਰੇ, ਸਭ ਨੂੰ ਸਮਤ ਬਖਸ਼ੇ, ਪਰ ਭੈਣਾਂ ਨੂੰ ਸਦਾ ਹੀ ਸਤਿਕਾਰ ਕਰਨਾ ਚਾਹੀਦਾ ਆਪਣੇ ਭਾਈਆਂ ਦਾ, ਵੀਰਾਂ ਦਾ, ਤੇ ਭਾਈਆਂ ਨੂੰ ਭੈਣਾਂ ਦਾ। ਉਹ ਤਾਂ ਫਿਰ ਆਪੇ ਭਰਾ ਵੀ ਕਰ ਹੀ ਦਿੰਦੇ ਨੇ। ਇਸ ਕਰਕੇ ਬੜੀ ਚਿੰਤਾ ਸੀ। ਅੱਜ ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ ਵੇਖ ਲਓ, ਕਿਤੇ ਮਾਤਾ ਸੁਲੱਖਣੀ ਨੇ ਕੁਛ ਬੋਲਣਾ ਵੀ ਨਾ, ਬਾਅਦ ਉਤਰ ਜਾਣਾ ਕਿਤੇ, ਜਦੋਂ ਮਹਾਰਾਜ ਨੇ ਮੋਦੀ ਖਾਨੇ 'ਚ ਨੌਕਰੀ 'ਚ ਮਜਾਲ ਹੈ, ਭੈਣ ਨੇ ਦੱਸ ਦੇਣਾ ਭਾਬੀ ਦੀ ਗੱਲ ਨਾ, ਪਰਦਾ ਪਾ ਲੈਂਦੀ ਸੀ। ਘਰ ਤਾਂ ਹੀ ਚੱਲਦੇ ਹੁੰਦੇ ਨੇ। ਉਹਨੂੰ ਪਤਾ ਸੀ ਆਪਣੇ ਭਰਾ ਦਾ ਫਿਕਰ ਬੜਾ ਸੀ। ਰਿਸ਼ਤਾ ਵੀ ਬੇਬੇ ਨਾਨਕੀ ਨੇ ਕਰਾਇਆ ਸੀ। ਬੇਬੇ ਨਾਨਕੀ ਨੇ ਵੇਖੀ ਆਪਣੇ ਭਰਾ ਵਾਸਤੇ, ਬੀਬੀ ਸੁਲੱਖਣੀ, ਮਾਤਾ ਸੁਲੱਖਣੀ। ਉੱਥੇ ਹੀ ਭੈਣ ਦੇ ਘਰ ਹੀ ਸਾਰੀਆਂ ਰਸਮਾਂ ਹੋਈਆਂ ਨੇ, ਤੇ ਭੈਣ ਸਦਾ ਹੀ ਅਰਦਾਸ ਕਰਦੀ ਰਹਿੰਦੀ ਸੀ, ਮੇਰੇ ਭਰਾ ਦਾ ਘਰ ਵਸਦਾ ਰਵੇ, ਵਸਦਾ ਰਵੇ। ਭੈਣ ਲੜਨ ਲੱਗਿਆ ਅੱਜ ਸੋਚਦੀ ਨਹੀਂ, ਐਵੇਂ ਦੇ ਬੋਲ ਬੋਲ ਜਾਂਦੀ ਭਰਾ ਨੂੰ। ਕਮਾਲ ਦੀ ਗੱਲ ਹੋਈ ਪਈ ਹੈ। ਭੈਣ ਨਾਨਕੀ ਦਾ ਇਤਿਹਾਸ ਪੜ੍ਹੋ, ਕੈਸਾ ਰਿਸ਼ਤਾ ਸੀ ਭਰਾ ਦੇ ਨਾਲ। ਸ਼ਾਦੀ ਤੋਂ ਬਾਅਦ ਫਿਰ ਅਰਦਾਸ ਵੀ ਕਰਦੀ ਹੈ, ਮੈਂ ਆਪਣੇ ਭਤੀਜਿਆਂ ਨੂੰ ਦੇਖਣਾ ਚਾਹੁੰਦੀ। ਆਪਣੇ ਵਾਸਤੇ ਸੰਤਾਨ ਨਹੀਂ ਮੰਗੀ ਬੇਬੇ ਨਾਨਕੀ ਨੇ, ਆਪਣੇ ਭਰਾ ਵਾਸਤੇ ਮੰਗੀ ਹੈ। ਆਪਣੀ ਭਰਜਾਈ ਵਾਸਤੇ ਸੰਤਾਨ ਮੰਗੀ ਹੈ। ਇਹ ਫਿਰ ਉਹਨਾਂ ਦੇ ਕਹਿਣ ਤੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਦਾ ਜਨਮ ਹੋਇਆ, ਬੇਬੇ ਨਾਨਕੀ ਦੇ ਕਹਿਣ ਤੇ। ਖੈਰ ਗੁਰੂ ਅੰਗਦ ਦੇਵ ਮਹਾਰਾਜ ਦੀ ਭੂਆ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਦੀ ਭੈਣ ਇੱਥੇ ਖੰਡੂਰ ਸਾਹਿਬ ਸੀ। ਉਹਦੇ ਕੋਲ ਨਾ ਇੱਕ ਰਿਸ਼ਤਾ ਆਇਆ ਖੰਡੂਰ ਦਾ ਹੀ, ਦੇਵੀ ਚੰਦ ਦਾ ਹੀ। ਲੜਕੀ ਸੀ, ਗੱਭਰੂ ਸੀ, ਜਵਾਨ ਸੀ, ਮਟਿਆਰ। ਉਹਨੂੰ ਕਿਹਾ ਗਿਆ ਵੀ ਤੇਰੇ ਭਰਾ ਦਾ ਲੜਕਾ ਸੋਹਣਾ ਵੀ ਹੈ, ਸੁਨੱਖਾ ਵੀ ਹੈ, ਕੰਮ ਕਰ ਵੀ ਕਰਦਾ, ਸਾਡੀ ਧੀ ਦਾ ਰਿਸ਼ਤਾ ਕਰਾ ਦੇ। ਫਿਰ ਸ਼ਗਨ ਲੈ ਕੇ ਗਈ ਸੀ ਮਹਾਰਾਜ ਦੀ ਭੂਆ ਮੱਤੇ ਦੀ ਸਰਾਂ। ਮੱਤੇ ਦੀ ਸਰਾਂ ਰਹਿੰਦੇ ਹੀ ਗੁਰੂ ਅੰਗਦ ਦੇਵ ਮਹਾਰਾਜ ਦਾ ਵਿਆਹ ਹੋ ਗਿਆ।
ਬਾਅਦ ਵਿੱਚ ਜਦੋਂ ਹਾਲਾਤ ਵਿਗੜੇ ਮੱਤੇ ਦੀ ਸਰਾਂ ਦੇ, ਫਿਰ ਪਿਤਾ ਫੇਰੂਮਲ, ਬਾਬਾ ਫੇਰੂਮਲ ਜੀ ਨੇ ਇਹ ਨਿਰਣਾ ਕਰ ਲਿਆ ਵੀ ਛੱਡ ਦੇਣਾ, ਛੱਡ ਦਿੱਤਾ ਮੱਤੇ ਦੀ ਸਰਾਂ ਵਾਲਾ ਪਿੰਡ। ਇਤਿਹਾਸ ਦੱਸਦਾ ਬੱਚੇ ਵੀ ਹੋ ਗਏ ਸੀ ਗੁਰੂ ਅੰਗਦ ਦੇ ਮਾਰਨ। ਸੰਮਤ 1681 ਵਿੱਚ ਤਾਂ ਹੋਈ ਸੀ। ਇੱਕ ਪੁੱਤਰ ਹੋਇਆ ਸੀ ਸਾਹਿਬਜ਼ਾਦਾ, ਜਿਹਦਾ ਨਾਮ ਦਾਸੂ ਲਿਖਿਆ। 8 ਸਾਲ ਬਾਅਦ ਬੀਬੀ ਅਨੋਖੀ ਹੋਈ ਸੀ। ਸੰਮਤ 1699 ਵਿੱਚ 1/90, 1691 ਵਿੱਚ 2 ਸਾਲ ਬਾਅਦ ਫਿਰ ਬੀਬੀ ਅਮਰੋ ਦਾ ਆਗਮਨ ਹੋਇਆ ਸੀ। ਤੇ 1694 ਵਿੱਚ 3 ਸਾਲ ਬਾਅਦ ਸਭ ਤੋਂ ਛੋਟਾ ਸਪੁੱਤਰ ਗੁਰੂ ਅੰਗਦ ਦੇਵ ਮਹਾਰਾਜ ਦਾ, ਬਾਬਾ ਦਾਸੂ ਜੀ ਦਾ ਜਨਮ ਹੋਇਆ ਸੀ। ਬਾਬਾ ਦਾਤੂ ਤੇ ਬਾਬਾ ਦਾਸੂ ਜੀ 2 ਸਪੁੱਤਰ ਸੀ ਤੇ 2 ਧੀਆਂ ਸੀ ਮਹਾਰਾਜ ਦੀਆਂ, ਗੁਰੂ ਅੰਗਦ ਦੇਵ ਮਹਾਰਾਜ, ਬੀਬੀ ਅਨੋਖੀ ਤੇ ਬੀਬੀ ਅਮਰੋ। ਜਿਹੜੀਆਂ ਬੀਬੀਆਂ ਨੇ, ਭੈਣਾਂ ਨੇ ਆਪਣਾ ਜੀਵਨ ਚਾਹੁੰਦੀਆਂ ਨੇ ਕਿ ਸਾਡੇ ਜੀਵਨ ਇੱਥੇ ਵੀ ਖੁਸ਼ਹਾਲ, ਮਾਪਿਆਂ ਦਾ ਘਰ ਵੀ ਚੜ੍ਹਦੀ ਕਲਾ 'ਚ ਤੇ ਹੋਵੇ ਤੇ ਸਹੁਰਾ ਘਰ ਵੀ ਚੜ੍ਹਦੀ ਕਲਾ 'ਚ, ਉਹਨਾਂ ਨੂੰ ਬੀਬੀ ਅਮਰੋ ਦੀ ਸਿੱਖਿਆ ਲੈਣੀ ਪੈਣੀ ਹੈ। ਜੇ ਉਹਨਾਂ ਨੇ ਟੀਵੀ ਦੀ ਸਿੱਖਿਆ ਲੈ ਲਈ, ਨਾ ਪੇਕੇ ਤੇ ਨਾ ਸਹੁਰੇ ਘਰ, ਕਿਤੇ ਨਹੀਂ ਬਣਨੀ ਫਿਰ ਉਹਨਾਂ ਦੀ। ਟੀਵੀ ਦੀ ਸਿੱਖਿਆ ਜ਼ਿਆਦਾ ਲੈ ਰਹੇ ਨੇ ਨਾ, ਤੇ ਫਿਰ ਇੱਧਰ ਸੁਣਨਾ ਪੈਂਦਾ ਮਾਪਿਆਂ ਨੂੰ। ਉੱਠਦੀ 8 ਵਜੇ 7 ਵਜੇ, ਇਹਨੂੰ ਕਿਹਾ ਕਰੋ ਆਪਣੀ ਧੀ ਨੂੰ ਉੱਠਿਆ ਕਰੇ ਟਾਈਮ ਨਾਲ। ਹਾਨੀ ਤਾਂ ਬੜੀ ਹੈ, ਬੇਇੱਜ਼ਤੀ ਤਾਂ ਬੜੀ ਹੈ, ਪਰ ਅਸੀਂ ਇੰਨੀਆਂ ਗੱਲਾਂ ਨੂੰ ਛੋਟਾ ਜਿਹਾ ਸਮਝ ਲੈਂਦੇ ਹਾਂ ਵੀ ਕੁਛ ਹੀ ਨਹੀਂ ਗੱਲ। ਇਹ ਤਾਂ ਬੜੀ ਵੱਡੀ ਗੱਲ ਹੈ ਜਦੋਂ ਕਹਿ ਦੇ ਸਹੁਰਾ ਪਰਿਵਾਰ ਇੰਨੀ ਗੱਲ ਵੀ ਲੇਟ ਉੱਠਦੀ ਹੈ, ਪਰ ਇੱਜ਼ਤਦਾਰਾਂ ਵਾਸਤੇ ਗੱਲ ਹੁੰਦੀ ਹੈ। ਸਿਰ ਦੰਗਾ ਹੁੰਦਾ ਹੈ ਤੁਹਾਡੀ ਧੀ ਦਾ, ਕਿਹਾ ਕਰੋ। ਬੜੀ ਹਾਨੀ ਦੀ ਗੱਲ ਹੈ। ਜਿਹਨੂੰ ਇੰਨੀ ਵੀ ਸਿੱਖਿਆ ਨਹੀਂ ਮਿਲੀ ਧੀ ਨੂੰ ਸਿਰ ਕੱਜਣ ਦੀ, ਉਹ ਕੀ ਕਾਮਯਾਬ ਹੋ ਸਕਦੀ ਹੈ? ਕਹਿਣਾ ਪੈਂਦਾ। ਤੇ ਜੇ ਕਹਿ ਦੋ, ਸਾਨੂੰ ਗੁਰਦੁਆਰੇ ਕਿਹਾ ਜਾਂਦਾ ਜੀ ਸਿਰ ਕੱਜਣ ਵਾਸਤੇ, ਵਾਲ ਖਿਲਾਰ ਕੇ ਫਿਰਿਆ ਕਰੋ, ਫਿਰ ਖੁਸ਼ ਹੋਣਗੇ। ਵਾਲ ਖਿਲਾਰ ਕੇ, ਫਿਰ ਉਹਨੂੰ ਪਤਾ ਕੀ ਲਿਖਿਆ? ਚੰਡਾਲ। ਜਿਹਦੇ ਵਾਲ ਖਿਲਰੇ ਹੋਣ ਨਾ, ਉਹਨੂੰ ਚੰਡਾਲਾ, ਇਨਸਾਨ ਦੇ ਰੂਪ ਵਿੱਚ ਚੰਡਾਲੀਆਂ ਲਿਖਿਆ ਜਾਂਦਾ ਹੈ, ਦੱਸਿਆ ਜਾਂਦਾ ਹੈ। ਇੱਕ ਨੇ ਸੁਣਿਆ ਸੀ ਕਿਸੇ ਭੈਣ ਨੇ ਇਤਿਹਾਸ, ਉਹਨੇ ਉਸ ਤੋਂ ਬਾਅਦ ਸਿਰ ਨੰਗਾ ਨਹੀਂ ਕੀਤਾ। ਕਹਿੰਦੇ ਉਸ ਤੋਂ ਬਾਅਦ ਨਹੀਂ ਸੀ ਸਿਰ ਨੰਗਾ ਕੀਤਾ, ਜਿੱਦਣ ਸੁਣਿਆ ਸੀ। ਸ਼ੁਕਰ ਹੈ ਵਾਹਿਗੁਰੂ ਦਾ, ਸੁਣ ਕੇ ਮੰਨਿਆ ਤੇ ਧਾਰਨ ਕੀਤਾ, ਉਹਦੇ ਤੇ ਅਮਲ ਕੀਤਾ, ਹੋਣਾ ਚਾਹੀਦਾ। ਤੇ ਬੜਾ ਵੱਡਾ ਰੋਲ ਹੈ ਸਿਰ ਕੱਜਣ ਦਾ। ਇਸ ਕਰਕੇ ਸਾਧ ਸੰਗਤ ਜੀ, ਜਿਹਦੇ ਸਿਰ ਤੇ ਖਸਮ ਹੁੰਦਾ ਹੈ, ਉਹ ਸਿਰ ਕੱਜ ਕੇ ਰੱਖਦੀਆਂ ਨੇ। ਤੇ ਦੁਹਾਗਣਾ ਦੇ ਸਿਰ ਨੰਗੇ ਹੁੰਦੇ ਨੇ, ਸੁਹਾਗਣਾ ਦੇ ਕੱਜੇ ਹੁੰਦੇ ਨੇ। ਆਗਿਆਕਾਰੀ ਧੀਆਂ ਦੇ ਸਿਰ ਢੱਕੇ ਹੁੰਦੇ ਨੇ, ਬਿਨਾਂ ਆਗਿਆਕਾਰੀ ਦੇ ਕਦੇ ਸਿਰ ਕੱਜੇ ਨਹੀਂ ਹੁੰਦੇ ਹਨ। ਨਾਲੇ ਗੁਰਮਤਿ ਦੀ ਸਿੱਖਿਆ ਹੈ, ਸਿੱਖਾਂ ਵਾਸਤੇ ਜੀਵਨ ਹੈ। ਅਸੀਂ ਹੋਰ ਧਰਮ ਤੇ ਕਿੰਤੂ ਨਹੀਂ ਕਰ ਸਕਦੇ, ਪਰ ਸਿੱਖਾਂ ਦੇ ਵਿੱਚ ਇਹ ਸਿੱਖਿਆ ਹੋਣੀ ਚਾਹੀਦੀ ਜ਼ਰੂਰ। ਸਿੱਖਾਂ ਪਰਿਵਾਰਾਂ, ਬੱਚਿਆਂ 'ਚ ਜ਼ਰੂਰੀ, ਲਾਜ਼ਮੀ ਹੋਣੀ ਚਾਹੀਦੀ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ 2 ਧੀਆਂ ਹੋਈਆਂ, ਬੜੀਆਂ ਆਗਿਆਕਾਰੀਆਂ। ਹਰ ਵਕਤ ਸਿਰ ਤੋਂ ਕੱਪੜਾ ਨਹੀਂ ਲੈਂਦਾ। ਲੋਕੀ ਕਹਿੰਦੇ ਨੇ ਜਿਵੇਂ ਦਾ ਗੁਰੂ, ਜਿਵੇਂ ਦਾ ਪਿਤਾ ਹੈ, ਉਵੇਂ ਦੀਆਂ ਧੀਆਂ ਨੇ ਆਗਿਆਕਾਰੀ, ਬੜੀਆਂ ਸਿਆਣੀਆਂ ਨੇ ਧੀਆਂ। ਨਾਂ ਉੱਚਾ ਕਰ ਦਿੰਦੀਆਂ ਨੇ ਜਦੋਂ ਆਗਿਆਕਾਰੀ ਜੀਵਨ ਰੱਖਦੀਆਂ ਨੇ। ਆਪਣਾ ਨਹੀਂ, ਆਪਣੇ ਸਮਾਜ ਦਾ, ਨਗਰ ਦਾ ਵੀ ਨਾਂ ਉੱਚਾ ਕਰ ਦਿੰਦੀਆਂ। ਇਸ ਕਰਕੇ ਬੀਬੀ ਅਮਰੋ ਨੇ ਨਾ, ਐਵੇਂ ਦਾ ਗੁਰੂ ਅੰਗਦ ਦੇਵ ਮਹਾਰਾਜ ਦੀ ਧੀ ਦਾ ਜੀਵਨ ਸੀ। ਸਹੁਰਾ ਪਰਿਵਾਰ ਸੁਧਾਰਤਾ ਸੀ ਜਾ ਕੇ, ਵੇਖ ਲਓ। ਕਿਉਂਕਿ ਆਪਣੇ ਇੱਥੇ ਪੇਕੇ ਘਰ ਵਿੱਚ ਅੱਜ ਕੋਈ ਇੰਨਾ ਪੇਕਾ ਘਰ ਅਮੀਰ ਨਹੀਂ ਹੋਏਗਾ ਜਿੰਨਾ ਗੁਰੂ ਅੰਗਦ ਦੇਵ ਮਹਾਰਾਜ ਦਾ ਘਰ, ਪਿਤਾ ਦਾ ਘਰ ਅਮੀਰ ਸੀ ਧੀ ਦਾ। ਕਈਆਂ ਧੀਆਂ ਇਹ ਹੀ ਰਹਿ ਜਾਂਦੀਆਂ ਨੇ ਨਾ ਗੱਲ 'ਚ, ਮਾਣ 'ਚ, ਵੀ ਪਤਾ ਨਹੀਂ ਸਾਡਾ ਪੇਕਾ ਘਰ ਬੜਾ ਤਗੜਾ ਹੈ।
वो तो लहदी गल है। सिक्ख्या संस्कार लहदी गल है। माया नाल उच्चा नहीं होया जाता, संस्कारां नाल सिक्ख्या नाल उच्चा होया जाता है। जे दुनिया सत्कार दिंदी है, वाह वाह कहती है, संस्कारां नाल सिक्ख्या नाल ये होने जरूरी नहीं। पढ़ाई लिखाई ते धन पदार्थ होने ये भी जरूरी ने, पर गुण होने ये सब तो वड्डा गहना है। इस करके साध संगत जी, बीबी अमरो ने इत्थे जीवन बनाया सी। अंमृत वेले रोज उठना, आसा दी वार दा पाठ करना, सुनना महाराज को, ते अपने पेके घर जाके जिहड़ी गुरु अमरदास महाराज दे भतीजे जस्सू नूं विआही सी। गुरु अमरदास महाराज अपनी नूंह तो बाणी सुन के फिर आए सी खंडूर साहब, फिर गुरु बने सी। वेख लो, सारा परिवार ही गुरु वाला बन गया सी। एवें दा जीवन होना चाहिए है। इत्थे भी बाणी धी पढ़े, अगे भी पढ़े, ये भी परिवार सुखी, वो भी सुखी। मजाल है कोई? किरपा ही होएगी, चढ़ती कला होएगी। इस करके गुरु अंगद देव महाराज खंडूर साहब आ गए, महाराज के पिता आ गए, महाराज की माता भी आ गई, महाराज दियां धीआं, महाराज के सुपुत्र। वैसे आउणा तो नहीं चाहते सी बाबा फेरू मल, क्योंकि एक तो भैन का घर से। फिर भैन ने ज्यादा कहा, नहीं भरा जी तुसीं इत्थे ही आओ साडे कोल। उत्थे फिर भैन दे घर रहे। गुरु अंगद देव महाराज जी अपनी भूआ दे घर। इत्थे फिर क्योंकि शाहूकार तो पहले ही सी, धन पदार्थ बड़े सी, हट्टी पाई सी दुकान, दुकान नूं हट्टी कहंदे सी पहले। हट्टी पाई गुरु अंगद देव महाराज के पिता ने, बड़ी चली उत्थे, बड़ा कारोबार। देखो इन्ना अमीर सी कि उदों घोड़ियां ते सवारी हरेक नहीं कर सकता सी, बादशाह लोग करते होंदे सी। ते गुरु अंगद देव महाराज का पिता घोड़ी की सवारी करते होंदे सी। एडा तकड़ा घर सी महाराज का। गुरु अंगद देव महाराज दे पिता देवी दे भी पाशक सी। देवी ते जांदे सी, पिंड दे मुखी सी, नाल संगत जांदी सी। जिस दिन पूरे हुए ने उस दिन भाई लैणे नूं कह गए, लैणिया मेरी सेवा तू पूरी करनी है, इस तरह ही करना है, संगतां नूं नाल लैके जाना करना है। कहंदा ठीक महाराज 7 बजे। उदों मिलाप नहीं होया गुरु नानक देव महाराज। एक दिन क्योंकि सुभावक ही अंमृत वेले उठते होंदे सी, पहला ही भाई लैणा। अंमृत वेले मिलाप होया खूह ते। इशनान उदों इस तरह किए जाते थे, अज वर्गे साधन नहीं सी। कमरे च उठो नाल ही बाथरूम है, फिर भी नहाउणा औखा होया पिया। हुण तां इन्ना सौखा साधन। सत्संग जी जदों असीं पाठ सिखदे सी 2000 सन दे विच लगभग, असीं आसा सिंह नंबड़दार दी मोटर हुंदी सी बाहर। गरीबी होण करके घर नलका नहीं हुंदा सी। असीं उत्थे सियाल च भी उन्हां दा बोर 3 बजे चलदा जरूर हुंदा सी। उत्थे जाके इशनान करते रहे। गरीबी पर कुछ एवें दे भी दिन हुंदे सी पहला समय कि लोग खूहां ते जाके इशनान करते सी। उस नगर का एक सिख सी गुरु नानक देव महाराज दा भाई जोध। वो जो पिंड तो तुरदा ते बाणी पढ़दा जांदा, बाणी शुरू कर लैंदा, खूह ते इशनान करके बाणी पढ़दा। अज गुरु अंगद देव महाराज भाई लैणा जी भी उत्थे पहुंच गए, इशनान किया। ते बाबा जोध जी ने, भाई जोध जी ने शब्द पढ़िया, भिन्नी रैनड़िए चमकन तारे, जागे संत जना मेरे राम प्यारे। किन्ने किड्डे सोहने तारे ने चमकदे, भिन्ने भिन्ने जी, रैनड़ी रात है भिन्नड़ी जी। इस वक्त रब नूं प्यार करने वाले जागदे ने। पिन्नी रैनड़ी दे चमकन तारे, रब दे प्यारे जागदे जी। पिन्नी रैनड़ी दे चमकन तारे, रब दे प्यारे जागदे। पिन्नी रैनड़ी दे चमकन
रब दे पिन्नी रैनड़ी दे चमकन, रब दे दूजे का काम नहीं है इस वक्त, सिर्फ रब नूं प्यार करने वाला ही जागेगा, होर नहीं कोई जागेगा। ये टाइम है रब दे प्यारिਆਂ ਦਾ। बड़ी शांति मिली गुरु अंगद देव महाराज भाई लैणा नूं। इन्ने साल हो गए देवी की पूजा करदिआं, कोई मन च शांति ना मिली। अज पहले दिन ही गुरु के सिख तो बाणी पढ़ी, पहले दिन ही शांति। दूजा शब्द शुरू कर दिता सिख ने शब्द शुरू किया आसा दी वार दा, जित सेविए सुख पाईए सो साहिब सदा संभालीए, जित कीता पाईए अपना सा घाल बुरी क्यों घालीए, मंदा मूल न कीची दे लम्मी नदर ना हालीए, ज्यों साहिब नाल ना हारीए तेवे हा पासा ढालीए, किश लाहे उपर घालीए। ये पौड़ी पढ़ी समझ आ गए अर्थ पढ़े सी गुरु अंगद देव महाराज भाई लैणा जी भी जिहड़े साहिब नूं सेवन नाल सुख प्राप्त हुंदे ने उहनूं सेवना चाहीदा। जित सेवे सुख पाईए, जिन्नू सेविया जिंदा सिमन कीतिआं सुख मिलदा है उहदे नाल जुड़ना चाहिए। पता लग गया भी मेरा निशाना गलत है, मैं गलत काम कर रहा, मैनू अजे प्राप्ति नहीं हुई। भावें देवी ते जांदे सी जरूर, ते गुरु कहंदा है वो काम नहीं करने चाहिए जिहड़े कर्मां नाल नतीजा बुरा निकलदा, दुखी होना। पुछया सिखा ये बाणी कहंदी तेरी? कहंदा नहीं, ये बाणी पार ब्रह्म परमेश्वर गुरु नानक दुनिया के मालक की बाणी। वो किथे ने? बाइबल तासी ने अंदर चाओ प्रगट हो गया मारन मिलना बाणी सुन। वो साहिब किथे ने? वो गुरु किथे ने? वो जगत के मालक किथे ने? कहंदे वो करतारपुर रावी के कंढे ते उथे महाराज नगर वसाया, उत्थे निवास रखते ने। साडे वर्गे लखां ही जीवां दा भला कर रहे हैं, पापियां दा उद्धार भला कर रहे ने। कहंदे वो गुरु दे मैनूं दर्शन हो सकदे ने? भाई जोध कहंदा क्यों नहीं, दर्शन जरूर हुंदे ने महाराज दे। कहंदे मैनूं मेरे ऐसे साहिब दे दर्शन करा रहे। भाई जोध कहन लगा दर्शन जदों मर्जी तुसीं कर सकदे हो। भाई लैणा कहंदा भी कोई नहीं, जदों हुण जावांगे ना संग लैके देवी ते, उदों फिर आउंदिआं जां जांदिआं दर्शन जरूर करांगे। हुण संग तैयार होया देवी के दर्शनां वास्ते। करतारपुर कोल पहुंच गए ने। पहला मन च सी भी आउंदिआं करांगे दर्शन, अग्गों जथा मिल गया संगतां दा। इकट्ठे होके संगत जो जांदी सी ना बाणी पढ़दे जांदे सी। संगतां बाणी पढ़दियां जांदियां ने, शब्द गुरु अंगद देव महाराज दे मन नूं लगी भी हुण तां मिलना ही जरूर है, पहला महाराज नूं मिलना। वो पंक्ति ऐसी पढ़ते सी कहते मैं शोभा सुनिया है, शोभा सुनी है गुरु नानक दे घर की वडियाई सुनी। गुरु अंगद देव महाराज ने भी ताई तां रह नहीं सके कि उच्चा दर बाबे नानक का बड़ा उच्चा दर है। मैं शोभा सुन के आया उच्चा दर बाबे नानक दा, उच्चा दर बाबे नानक दा। मैं शोभा सुन के ऊंचा दर बाबे, ऊंचा दर जी मैं शोभा सुन के आया ऊंचा दर बाबे नानक दा, ऊंचा दर सतगुरु नानक दा। मैं शोभा ऊंचा दर बाबे, ऊंचा दर सतगुरु। जदों संगत कोलों शब्द सुनिया, संगत नूं कहन लगे संगत जी मुखी भी सी, साडा फुरना है कि पहला करतारपुर दर्शन करके चलीए। जगत दे मालक ने
दुनिया का भला कर रहे हैं, सुखां दीयां प्राप्तियां हुंदियां ने, सुखां दे दाते ने। चलो सारी संगत कहती चलो जी चलो, चल पे इकट्ठे हो गए। की होया, चलते चलते संगत अगे लंघ गई। घोड़ी ते सवार सी गुरु अंगद देव महाराज ते आप पिछे रह गए। जो पिछे रह गए संगत अगे तुर गई। कह लगे हुण मैं किवें जावांगा, रस्ता काफ़ी फासला हो गया। किहड़ा रस्ता जांदा है? करतारपुर नूं। अगों एक बजुर्ग मिलिया, बिरध बजुर्ग। उन्होंने नहीं पता सी वो गुरु नानक देव महाराज जी। चिट्टा दाड़ा महाराज का, बड़ा सोहना दस्तारा, बड़ा सोहना चोला महाराज का। महाराज खेतों चो आ रहे थे सच्चे पातशाह। पुछदे ने बाबा जी मैं पारब्रह्म परमेश्वर गुरु नानक दे दर्शन करने ने, उन्हां दे स्थान ते जाना है, किरपा करके मैनू राह दस दो। गुरु नानक देव महाराज जी कहन लगे प्यारिया कोई नहीं, तेनू राह दस दे, मैं भी उत्थे ही जाना। ये नहीं पता भी महाराज आ भी नहीं। इत्थों तक कई कहते अगे अगे गुरु नानक देव महाराज, पिछे पिछे भाई लहणा जी। गुरु नानक देव महाराज जी तुरते जा रहे हैं ते गुरु अंगद देव महाराज जी ऊपर। वैसे सत्कार तो नहीं, पर पता नहीं गा, न जाने च गलती हो जाए तो गलती नहीं कहते उन्होंने, जान के गलती करे। गुरु ग्रंथ साहिब महाराज का सवारा जा रहा, जान के अगे लंघे दोषी है। एक बारी गुरु अंगद देव महाराज ते गुरु अमरदास तुरे जा रहे सी। तुरद्या तुरद्या गुरु अमरदास महाराज एक बांह इंज हो गई सी अगे, सिर्फ तुरद्या तुरद्या सुभावक बांह हिलती होंदी ना। मार ने ऐसी सजा बांह नूं लाई, अज तो बाद तेनों यूस नहीं मैं करांगा, तू मेरे साहिब का नरादर किया है। अगे इंज जो मार का सवारा जाता है ना, कोशिश ना कराया करो भी अगे। हाँ कोई एमरजेंसी है बहुती फिर ते जोड़ा भी बिल्कुल आज्ञा नहीं है, बिल्कुल भी। पर किते रहतनामे च दसी परो जे राग ज्यादा खराब होवे, पर पाउना नहीं गा, वैसे सत्कार ही है। इस करके साध संगत जी जदों गर्मी के महीने में सरूप लैन गए सी ना, 10वें पातशाह ने भेजा सी धीरमल को। उदों 25 सिंह हाड़ के जेठ के महीने में तप की धरती नंगे पैरी गए सी सरूप लैन। उन्हां तो वड्डा कोई नहीं है। जे ना चल सके रब ने साधन दिते ने, अपनी गड्डी की तैयारी कर ले, गड्डी ते लै जाए सरूप। जे पैर सोल होण ना, नहीं चल सकते, धरती ते लग सकते, भावें नेड़े ले जाना हो सरूप गड्डी ले आया करो। फिर भी पैर मेरे सोल ने, रख नहीं होंदे, नंगे पैर चलिया नहीं जाता। इस करके अगे अगे गुरु नानक देव महाराज जी समाप्ति करन लगे। आपां पिछे पिछे भाई लहणा जी अगे जाके कहते ये है गुरु नानक धर्मशाला बनी सी। महाराज अंदर टुर गए, बाहर संगत बैठी धर्मशाला, उन्हें घोड़ा बन्निया भाई लहणे ने। महाराज बस्तर बदल के उत्थे सिंघासन पर बह गया। जदों महाराज दे सारी संगत ने दर्शन किए, निहाल हो गए। भाई लहणे ने दर्शन किए, इन्ना नूर महाराज दा जिवें सूरज की टिक्की लाल हुई हुंदी है ना, लाल सूहा, इन्नियां दमकां पैंदियां ने महाराज दे चेहरे ते, सिर झुक जांदा धक्के नाल, निहाल हुंदियां ने संगत। भाई लहणा भी अगे होया मत्था टेकण वास्ते। वो कह लगे महाराज कन्नां नूं हत्थ ला के हत्थ जोड़, महाराज मैनूं माफ करना, मैनूं पता नहीं सी, मैं इन्नी अदुली कीती कि तुसी दुनिया दे मालक सच्ची सरकार पैदल, मैं घोड़े ते, मैनू माफ कर दो महाराज, मेरा गुनाह माफ कर दो। गुरु नानक देव महाराज कह लगे तेरा नाम की है? कहना महाराज लहणा। महाराज कहते जिन्हों ने लैना होंगे ना चढ़ के आते हैं, जिन्हें देना होंगे वो थले होंगे ने। तू लैना है ते असीं देना है, पहले दिन ही मिले ने, पहले दिन ही वचन करते ने महाराज। फिर एक रात संगत उत्थे रही, एक रात संगत रही।
फिर उन्होंने देवी ते जाना सी। गुरु अंगद देव महाराज ने जो अंमृत वेला 2 वजे 3 लाल सूहे कपड़े पाए ने, ये कौन है? देखिया ये तो ही देवी है जिहदी देवी ते जांदे सी। वो सेवा करके तुर जाती है। जानिया गुरु नानक देव महाराज दे चरनां दी दासी है, झाड़ू लाउंदी है देवी आके, वैष्णो देवी। ते मैनू फिर ऐसा सतगुरु मिल गया। साध संगत जी, गुरु ग्रंथ साहिब महाराज ऐसे सतगुरु ने, कोट देवी जाको सिमरै, करोड़ां देवियां इहदे चरनां दीयां पौड़ियां ने, झाड़ू मारन वालियां ने। सिख तां नहीं जांदा उधर भी मेरे गुरु कोल ही उहदा आग्याकारी ने। पिता दे सारे अधिकार पुत्र कोल हुंदे ने। आपां नूं की बनाया महाराज ने? गुरु ग्रंथ साहिब महाराज आपां नूं की कहंदे ने? तू मेरा पिता, तू है मेरा माता। जे पिता दे नौकर हुंदे ने सारे, किंदे हुंदे ने? पुत्र दे। पर जे पुत्र बने तां, गुरु दा सिख बने तां, फिर तां चिंता ही नहीं किसी गल दी है। तो फिर एवें ही हथ च जुड़ जाए, फिर उनकी मर्जी है। इस करके गुरु अंगद देव महाराज ने अंमृत वेले निर्णय किया, संगत नूं कहा भाई तुसी जाओ। माड़ा नहीं कहा, सिख ने किसी नूं माड़ा नहीं कहना। देवी देव किसी पीर निंदा नहीं करनी, गुरु नाल किसी धर्म नूं असीं माड़ा नहीं कहना, पर अपने गुरु के बचनों नाल जुड़े रहना, निंदा नहीं आपां करनी। इस करके उन्होंने भेज दिता। आप फिर चिट्टा बाणा पा लिया, महाराज की सेवा की। बड़ी बहुत कहते इन्नी एक रात कंध डिगनी रात का समा सी, किसी ने आवाज ना मारी। असी तो आवाज मार के दसदे ना, आ सेवा इंज होने वाली, आ इंज होने वाली, तेरे हत्थां नूं मेहंदी लगी बराबर है, तू दसदा। गुरु अंगद देव महाराज ने किसी नूं आवाज नहीं मारी, शतीर अपने सिर ते रख लिया। सारी रात चक्कर। ते फिर एक दिन कंध गिरनी शुरू हो गई। दूजी महाराज ने पुत्रा नूं कहा, संगतां नूं, कोई ना तैयार रहा। अद्धी रात किन्ने बनाउणी? पिता जी दिने बनवा लांगे नौकरां कोलों। भाई लैणे नूं हुक्म कीता, कहंदे हाँ महाराज हुणे ही। अद्धी रात गारा लैके बना के जिन्नी बनी, अद्धी रात नूं ही कंध बनाई। इनू कहंदे ने आग्याकारी। एक दिन कहंदे जाओ, अद्धी रात हुई सी, धुप बड़ी निकली है बाहर। गुरु नानक देव महाराज, जाओ बाहर, धुप बड़ी निकली, कपड़े धो के चंगी तरह साडे सिखाओ। किसी ने गल ना मनी। भाई लैणे ने मारे कहते कोई उठो। भाई लैना उठिया, बस्तर लैके रावी ते धोते चंगी तरह, सकाए। जदों सकाए नाल दी नाल सुक गए। ऐसी आवाज़ आई। गुरु अंगद देव महाराज तां प्रभावित हो ही चुके सी। महाराज इन्ना बड़ियां प्रीखियावां, ये कुछ समा रह के 7 दिन के लगभग तुर गए सी। फिर घर गए, बच्चों च गृहस्थी च खंडूर साहब, मन ही ना लगा। फिर खिच पई, माणिया खाली हथ नहीं जाना। लूण की पंड लै गए सी। माता सुलखणी घर सी, उत्थे जाके रखती लूण की। कित्थे ने महाराज? खेतां च गए ने। महाराज ने दीन पुट रहे सी। डीला हुंदा सी ना पहलां, डीला बड़ा डीला हुंदा सी, आपां आम ही पशुआं नूं भी पा दिंदे हुंदे सी। महाराज वो पुट रहे सी ते नदीन जो एक कपड़े दे विच बन्निया सारे नूं। ते भाई लैना कहंदा महाराज मैनूं चुका दो। चिट्टे कपड़े पाए, सारा चिक्कड़, सारा पानी गंदा उत्ते। माता सुलखणी कहंदी महाराज बंदा कमंदा तो वेख लिया करो, इन्ने नौकर ने, ये सेवादार दे कपड़े भर गए ने, दाग लग गए ने। कहंदे माता सुलखणी नूं परमेश्वर कीए, ये चिक्कड़ नहीं है, ये केसर दे छिटकारे ने। कहंदे इन्नी भारी पंड चुकाई है, तुसीं देख लिया करो। कहंदे जेड़ा योगता होवे ना, चुकण दे योग होवे, उन भारी पंड उन्नूं ही चुकाई जांदी जेड़ा भार चुक सके।
इन्हां ने ते भार चुकना है, इन्हां दे सिर ते छत्तर झुलना है, भार नहीं छत्तर झुलना है। बड़ियां प्रीखियावां होईयां, एक नहीं दो नहीं चार नहीं, बहुत कह देना। गुरु नानक देव महाराज ने सारी संगत नूं पुत्रां नूं अद्धी रात नूं दिन चढ़िया कहंदे पिता जी दा उम्र वड्डी हो गई, हुण 70 साल के लगभग आ जाऊगी, इन्होंने पता नहीं रहा। भाई लैना हाँ महाराज दिन चढ़िया होया, इनू कहते ने सिख। जो गुर कह सोई पल मानै, हर हर कथा निराली। इस करके ही गुरु नूं सिख प्रवान ने। ऐसी प्रीख्या दे विच पास हुए। लास्ट वारी प्रीख्या ऐसी लई, महाराज ने बड़ा होर ही रूप धार लिया। बस्तर भी पाटे जे, कुछ कहते ने सुहान सुहानी कुकर, ये नाल लए जिहड़े नाल जां कोल खड़दे ने, डंडे मारदे ने महाराज, मगर आउंदे ने डंडे। भाई लैणे नूं भी डंडे पए, कहंदे असीं कह रहे हैं साडे मगर ना आओ, सारे मुड़ गए। बाबा बुढ़ा जी, भाई लैणा जी पहलां ये रह गए। कहण लगे महाराज जिन्हां दे घर सी वो घर वाले तुर गए ने, पर साडा घर तां तूं है। माया भी सट्टी सी, मार ने बड़ा कुछ सट्टिया सी, वो लैके तुर गए, पर सारा कुछ साडा तां तूं है सच्चा पातशाह। उदों फिर गल नाल ला के अंगद बनाता, लैणे तो दूजे गुरु नानक संसार ते प्रगट होए। वो गुरु नानक दा अज प्रकाश दिहाड़ा सी, होईयां भुलां दी माफ़ी। वो गुरु अंगद देव महाराज दा प्रकाश दिहाड़ा सी। समूह संगतां नूं बेअंत बेअंत वधाइयां होण। वधाइयां होवण संगतां नूं, वधाइयां होवण संगतां नूं, वधाइयां देग वरता वधाइयां। गुरु अंगद देव जी पुरब दियां, वधाइयां होवण संगतां